अस्सलाम वालेकुम दोस्तों, मैं ਤੁਹਾਡਾ ਮੇਜ਼ਬਾਨ मियां ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਇਹ ਵੀਡੀਓ ਜਨਾਬ ਸਪੈਸ਼ਲ ਕਿਸਾਨ ਆਟੋਜ਼ ਐਂਡ ਟਰੈਕਟਰ ਪਾਰਟਸ ਫੇਸਬੁੱਕ ਪੇਜ ਵਾਸਤੇ ਵੀ ਬਣਾਈ ਜਾ ਰਹੀ ਹੈ। ਤੇ ਅੱਜ ਦੀ ਵੀਡੀਓ ਦਾ ਮੌਜੂ ਹੈ ਦੋਸਤੋ, ਜਿਸ ਤਰੀਕੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ, ਬ੍ਰੇਕਿੰਗ ਨਿਊਜ਼ ਖਬਰਾਂ ਤੇ ਚੱਲ ਰਹੀ ਹੋਵੇਗੀ ਵੀ ਡੀਜ਼ਲ ਤੇ ਪੈਟਰੋਲ ਵੱਧ ਗਿਆ ਹੈ ਤੇ ਇਹਦਾ ਕੀ ਅਸਰ ਕਿਸਾਨਾਂ ਤੇ ਪਿਆ, ਜ਼ਮੀਂਦਾਰਾਂ ਤੇ ਪਿਆ ਹੈ। ਤੇ ਸਾਡੇ ਨਾਲ ਜਨਾਬ ਜ਼ਮੀਂਦਾਰ ਕਿਸਾਨ ਭਾਈ ਮੌਜੂਦ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਨੇ ਹੈ ਤੇ ਉਹਨਾਂ ਕੋਲ ਪੁੱਛਣੇ ਆ ਵੀ ਉਹਨਾਂ ਤੇ ਕੀ ਅਸਰ ਪਿਆ ਹੈ। आओ गल करने जी। तो दोस्तों आज साढ़े नाल जनाब किसान भाई मौजूद ने, तो आओ इन्हां नाल गल करने। अस्सलाम वालेकुम जी। वालेकुम सलाम। की नाम है तुहाडा? हाकिम नवाज भाई किन्ने किल्लियां दी वाही करदे जे? 24 किल्लियां दी। 24 किल्लियां दी। ते ट्रैक्टर किहड़ा रखा हुआ तुसां? रूसी है। तुहाडे कोल रूसी है। ते तुसां सुनिया उसी खबरां च तेल वध गया तकरीबन 5 रुपये, जिहदे विच डीजल वधया ते पेट्रोल वधया है। ते तुसीं की आखोगे हुकूमत नूं, ये ठीक होया या ज्यादती हुई है? नहीं ज्यादती हुई है, जिमीदार वास्ते ज्यादती हुई है, क्योंकि अगे असीं किते सी लांदे 500 रुपया खर्चा आंदा, हुण ओहदे 600 रुपया आवेगा। वो बचत कि अगे आंदी वो हुण वो नाल पैसे रख गए। ये ज्यादती है भी इहदे काम है भी किवें डीजल वधा है उवें चाहिदा है बिजनेस भी थोड़ी महंगी होनी चाहिदी है, क्योंकि जिमीदार दा तां ओही होना है कि फायदा आवे उतली चीज़ दा। हाँ जी, ये हर शै ते साडे पल्लू जांदी पई है, नुकसान ही है जिमीदार नूं। ज्यादती है साढ़े नाल। हाँ जी, जिहदे विच मतलब भी अगर मोटरसाइकिल ते सफर करांगे, मोटरसाइकिल दा है या ट्रैक्टर दा या गड्डी दा जेहड़ी चीज़ दा भी है वो किहड़ी अगे हवेली जांदी है या किथे भी जांदी 500 विच उत्थे 600-700 विच जावेगी। सही किहड़े बच्चे था वो नाल लगने ही है उनदे। सही हो गया। ते मतलब भी किराया भी वध जावेगा। अगर कोई चीज़ आपां शहरों मंगाने हैं ते किराया भी इजाफी भरना पवेगा। हाँ जी, सही। ये हुण साफ ज़ाहिर है जी अगे किते असीं लैने 1400 रुपया, वो नाल ये भी 60-70 रुपया एक घंटे ते 100 रुपया भी खर्चा आना है। जिमीदार नूं आखे ना भी इहदा रेट वधाओ, साडा खर्चा उत्ते हुंदा है, वो तुआं दे उहदे तो भी थल्ले करो। अच्छा, पहले रेट नाल भी थल्ले करो। हाँ जी, उहदे नाल भी थल्ले करो, क्योंकि सानू तो तां वधान है भी खर्चा ज़्यादा हुंदा। हर बंदे नूं पता है कि किथे महंगाई हुंदी है, काम किहड़ा भी हुंदा भी उहदा खर्चा वाधू नाल हुंदा है। अच्छा, खर्चा वाधू। ते हुण तुसीं की आखना चाहोगे उन्हां नूं भी मेहरबानी कर घट करन? ਅਸੀਂ ਤਾਂ ਆਖਣਾ ਚਾਹੁੰਦੇ ਵੀ ਇਹਦਾ ਡੀਜ਼ਲ ਦਾ ਜਿਹੜੀ ਚੀਜ਼ ਦਾ ਖਾਦ ਹੈ ਇਹਦਾ ਰੇਟ ਘੱਟ ਹੋਣਾ ਚਾਹੀਦਾ ਹੈ, ਜਾਂ ਇੱਥੇ ਹੀ ਹੈ ਤਾਂ ਕੋ ਕਰੀ ਜਿਨ੍ਹਾਂ ਹੈ ਉਹਦਾ ਰੇਟ ਜ਼ਿਆਦਾ ਹੋਣਾ ਚਾਹੀਦਾ ਹੈ, ਕਿਉਂਕਿ ਜ਼ਿਮੀਦਾਰ ਨੂੰ ਵੀ ਫਾਇਦਾ ਹੋਵੇ ਉਹਦਾ ਵੀ। ਸਹੀ ਹੋ ਗਿਆ। ਕੋ ਬੀਜ ਹੈ ਤਾਂ ਉਹ ਨਹੀਂ ਲਿਆ ਜਾਂਦਾ, ਖਾਦ ਡੀਏਪੀ ਉਹ ਨਹੀਂ ਲਈ ਜਾਂਦੀ, ਯੂਰੀਆ ਜਿਹੜੀ ਚੀਜ਼ ਵੀ ਹੈ ਉਹ ਹੀ ਹਰ ਚੀਜ਼ ਮੰਗੀ ਹੈ, ਉਹ ਹੀ ਮੰਗੀ। ਹਾਂਜੀ, ਠੀਕ ਹੋ ਗਿਆ ਅਗਨਵਾਜ਼ ਭਾਈ, ਤੁਸੀਂ ਚਲਾਓ ਟਰੈਕਟਰ ਖੇਲਾਂਗੇ। ਤੇ ਸਾਡੇ ਨਾਲ ਦੋਸਤੋ ਇੱਕ ਹੋਰ ਕਿਸਾਨ ਭਾਈ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨ। अस्सलाम वालेकुम जी। वालेकुम सलाम। की नाम है ਤੁਹਾਡਾ जी? मोहम्मद अशरफ जी। मोहम्मद अशरफ भाई किन्ने किल्लियां ਦੀ ਵਾਹੀ ਕਰਦੇ ਜੀ? 50 ਕਿੱਲੇ। तकरीबन 50 ਕਿੱਲੇ ਦੀ ਵਾਹੀ ਕਰਦੇ ਜੀ। ਹਾਂਜੀ, ਤੁਸੀਂ ਸੁਣਿਆ ਸੀ ਵੀ ਟੀਵੀ 'ਚ ਉਹਨਾਂ ਵਿਖਾ ਦਿੱਤਾ ਵੀ ਤੇਲ ਵੱਧ ਗਿਆ ਹੈ, ਤੇਲ ਵੱਧ ਗਿਆ ਜੀ ਤਕਰੀਬਨ 5 ਰੁਪਏ। 5 ਰੁਪਏ। ਤੇ ਦੱਸੋ ਵੀ ਇਹ ਜ਼ੁਲਮ ਹੋਇਆ ਸਾਡੇ ਕਿਸਾਨਾਂ ਨਾਲ ਜਾਂ ਠੀਕ ਹੋਇਆ? ਕਿਸਾਨਾਂ ਨਾਲ ਗਲਤ ਹੋਇਆ ਜੀ। ਵੀ ਅੱਗੇ ਜਿਹੜਾ ਸਾਡਾ ਖਰਚਾ ਹੁੰਦਾ ਹੈ 500 ਰੁਪਈਆ ਜਾਂ 550, ਉਹ 600 ਰੁਪਈਆ ਖਰਚਾ ਹੋ ਗਿਆ। ਮੋਟਰਸਾਈਕਲ ਦਾ ਖਰਚਾ ਵੱਧ ਗਿਆ। ਜ਼ਿਮੀਦਾਰਾਂ ਨੇ ਅੱਗੇ ਪਿੱਛੇ ਸਾਰਾ ਜਾਣਾ, ਮੋਟਰਸਾਈਕਲ ਭਜਾਵਣਾ ਹੈ, ਮੋਟਰਸਾਈਕਲ ਦਾ ਵੀ ਖਰਚਾ ਵੱਧ ਗਿਆ। ਜੋ ਪੀਟਰ ਕੋ ਚਲਾਈਏ ਉਹਦਾ ਵੀ ਖਰਚਾ ਵੱਧ ਗਿਆ, ਬੋਰ ਚਲਾਈਏ ਉਹਦਾ ਵੀ ਖਰਚਾ ਵੱਧ ਗਿਆ। ਟਰੈਕਟਰ ਜਿਹੜੇ ਪਾਸੇ ਵੀ ਇਸਤੇਮਾਲ ਕਰਨਾ, ਟਰਾਲੇ ਤੇ ਕਰੀਏ, ਗੋਬਰਾਂ ਤੇ ਕਰੀਏ, ਟਿਲਰ ਤੇ ਕਰੀਏ, ਜਿਹੜੇ ਪਾਸੇ ਰੋਡ ਤੇ ਲਿਜਾਈਏ, ਜਿਹੜੇ ਪਾਸੇ ਲਿਜਾਵੇ ਉਹਦਾ ਖਰਚਾ ਉਹਨਾਂ ਦਾ ਵੀ ਹੁੰਦਾ ਜਾਂਦਾ ਹੈ। ਸਹੀ। ਹਾਂ, ਉਹਦਾ ਖਰਚਾ ਦਾ ਵੀ ਹੁੰਦਾ ਜਾਂਦਾ ਹੈ। ਇਹ ਜ਼ਿਮੀਦਾਰਾਂ ਵਾਸਤੇ ਨਾ ਕੋਈ ਮਿਹਰਬਾਨੀ ਹੋਣੀ ਚਾਹੀਦੀ ਹੈ ਵੀ ਅਸੀਂ ਖਾਦ ਲੈਣ ਗਏ ਹਾਂ ਤੇ ਨਾ ਦਾ ਰੇਟ ਹੈ। ਸਹੀ। ਉਹਨਾਂ ਆਪ ਦੇ ਰੇਟ ਨਾਲ ਦੇਣੀ ਹੈ ਕਿ ਸਾਡੀ ਉਹਨਾਂ ਬਾਤ ਨਹੀਂ ਸੁਣਨੀ। ਸਹੀ। ਤੇ ਅਸੀਂ ਜਿਨਸ ਵੇਚਣੀ ਹੈ ਕਿ ਉਹਨਾਂ ਦੇ ਰੇਟ ਨਾਲ ਵੇਚਣੀ ਹੈ। ਜਿਹੜਾ ਸਾਨੂੰ ਆੜਤੀਆਂ ਨੇ ਰੇਟ ਆਪ ਦਾ ਦੇਣਾ, ਸਾਡਾ ਨਹੀਂ ਦੇਣਾ। ਸਹੀ ਹੈ। ਸਾਡਾ ਕੋਈ ਮਸਲਾ ਥੋੜਾ ਜਿਹਾ ਐਵੇਂ ਹੋ ਗਈ ਹੈ, ਰੇਟ ਚੱਲਦਾ ਪਿਆ ਮੱਕੀ ਦਾ 1300 ਰੁਪਈਆ, ਕੋਈ ਇੱਕ ਮਾਰਚਲ ਵਿੱਚ ਗਿੱਲੀ ਆ ਜਾਣੀ, ਉਹਨਾਂ 100 ਰੁਪਈਆ ਚਾਹ ਤੇ ਬੜਾ ਰੱਖ ਦੇਣਾ, ਉਹਨਾਂ ਦਾ ਵੀ ਕਰ ਲੈਣੀ ਹੈ। ਬੈਂਕ ਹੈ ਤੇ ਬੈਂਕ ਟੈਕਸ ਜ਼ਿਮੀਦਾਰ ਨੂੰ ਪਾ ਦੇਣਾ ਹੈ, ਮੁਨਾਫਾ ਆੜਤੀ ਨੇ ਕਮਾਉਣਾ ਹੈ। ਹਰ ਗੱਲ ਕੋਈ ਕੰਡੇ ਦੀ ਤੁਲਾਈ ਹੈ ਸਾਰੀ ਜ਼ਿਮੀਦਾਰ ਦੀ ਕਣ ਤੇ। ਮਜ਼ਦੂਰਾ ਜ਼ਿਮੀਦਾਰ ਦਾ ਕੰਮ ਕਰਦਾ ਹੈ ਆੜਤੀ ਦਾ, ਸਾਡੇ ਕੋਲ ਚੁੰਗੀ ਟੈਕਸ ਲੈ ਤੇ ਉਹਨਾਂ ਨੂੰ ਕਿ ਹਰ ਜ਼ਿਮੀਦਾਰ ਨੂੰ ਹਰ ਕੰਮ ਦੇ ਵਿੱਚ ਕੁੱਟ ਹੋਈ ਕਰੀ ਹੈ। ਇਹਦੀ ਇਮਰਾਨ ਖਾਨ ਕੋਈ ਮਿਹਰਬਾਨੀ ਕਰੇ ਕਿ ਸਾਨੂੰ ਵੀ ਟਾਈਮ ਦੇਵੇ ਕਿ ਅਸੀਂ ਵੀ ਜਿਹੜੀ ਚੀਜ਼ ਵੇਚੀਏ ਕਿ ਸਾਡਾ ਵੀ ਰੇਟ ਹੋਵੇ, ਕਿ ਉਸ ਰੇਟ 'ਤੇ ਅਸੀਂ ਉਹਨੂੰ ਮੁਫਰਮ ਕਰੀਏ ਵੀ ਅਸੀਂ 500 ਨੂੰ ਦੇਣੀ ਹੈ ਤਾਂ 500 ਹੀ ਹੋਵੇ। ਇਹ ਨਾ ਹੋਵੇ ਕਿ ਉਹ 500 ਲਾਉਂਦੇ ਨੇ ਤੇ ਹੜ 'ਤੇ ਸਾਨੂੰ ਪੌਣੇ 500 ਲੱਭਦਾ ਹੈ।
ਇਹ ਲੇਕਿਨ ਜ਼ਿਮੀਂਦਾਰਾਂ ਨਾਲ ਮਿਹਰਬਾਨੀ ਕਰੇ, ਪਿਆਰ ਮੁਹੱਬਤ ਕਰੇ ਤੇ ਜ਼ਿਮੀਂਦਾਰ ਵੀ ਉਹਦੇ ਨਾਲ ਪਿਆਰ ਮੁਹੱਬਤ ਕਰਨ ਦੇ। ਇਹਨਾਂ ਗੱਲਾਂ ਤੇ ਥੋੜ੍ਹਾ ਕੰਟਰੋਲ ਕਰੇ। ਆਪ ਬਾਹਰ ਦੁਬਈ ਜਾਂਦਾ ਰਹੇ, ਪਿੱਛੋਂ ਤੇਲ ਵਧਾ ਦੇ ਸਨ। ਕੋਈ ਮੁਦਈ ਕੋਈ ਮੁਨਸ਼ੀਆਂ ਮੁਸਦੀਆਂ ਤੇ ਸੈਕਟਰੀਆਂ ਤੇ ਥੋੜ੍ਹਾ ਜਿਹਾ ਕੰਟਰੋਲ ਹੋਣਾ ਚਾਹੀਦਾ ਹੈ। ਜਿਹੜੇ ਤਰੀਕੇ ਵੀ ਹੋਣਾ ਚਾਹੀਦਾ ਹੈ ਕਿ ਤੇ ਉਹਦੇ ਹੁਕਮ ਤੋਂ ਬਗੈਰ ਕੋਈ ਕੰਮ ਨਹੀਂ ਹੋਣਾ ਚਾਹੀਦਾ। ਸਹੀ ਕਿ ਬਾਦਸ਼ਾਹ ਹੈ ਨਾ, ਹਾਂਜੀ ਬਾਦਸ਼ਾਹ ਤਾਂ ਬਣ ਜਾ ਉਹ ਸਾਰੇ ਮੁਲਕ ਦਾ ਸਦਰ ਹੈ, ਜੋ ਕਰੇ ਸਦਰ ਕਰ ਸਕਦਾ। ਇਹ ਤਾਂ ਨਹੀਂ ਵੀ ਪਿਛਲੇ ਵੀ ਕੰਮ ਪਾਈ ਰੱਖਾ। ਤੇ ਸਹੀ ਜ਼ਿਮੀਂਦਾਰਾਂ ਤੇ ਕੋਈ ਮਿਹਰਬਾਨੀ ਕਰੇ ਕਿ ਸਾਨੂੰ ਟਾਈਮ ਦੇਵੇ। ਅੱਛਾ, ਰੇਟ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਭਾਈ ਰੇਟ ਦੇ ਅਸ਼ਰਫ। ਬਾਰੇ ਗੱਲ ਇਹ ਕਰ ਰਹੇ ਸਾਂ ਕਿ ਜਿਵੇਂ ਮਕਈ ਦਾ ਰੇਟ ਵੀ ਕੋਈ ਫਿਕਸ ਨਹੀਂ ਹੋ ਰਿਹਾ। ਇਹ ਖਾਸ ਕਰਕੇ ਐਸੀ ਜ਼ਿਮੀਂਦਾਰ ਵਾਸਤੇ ਫਸਲ ਹੈ ਕਣਕ ਹੈਗੀ ਹੈ ਵੀ ਕਣਕ ਦਾ ਰੇਟ ਜਿੱਥੇ ਵੀ ਖੋ ਜਾਵੇ ਉੱਥੇ ਬ੍ਰੇਕ ਲੱਗ ਜਾਂਦੀ ਹੁੰਦੀ ਹੈ। ਇਸੇ ਤਰ੍ਹਾਂ ਮਕਈ ਕਦੇ ਹੇਠਾਂ ਲੈ ਆਉਂਦੇ ਨੇ, ਕਦੇ ਉਤਾਂ ਲੈ ਆਉਂਦੇ ਨੇ। ਜਿਹਦਾ ਵੀ ਰੇਟ ਫਰਮ ਇੱਕੋ ਹੋਣਾ ਚਾਹੀਦਾ ਹੈ। ਹਰ ਤੇ ਆਲੂਆਂ ਦਾ ਹੈ ਕਿ ਆਲੂਆਂ ਦਾ ਵੀ ਰੇਟ ਇੱਕ ਹੋਣਾ ਚਾਹੀਦਾ, ਭਾਵੇਂ ਜਿੰਨਾ ਵੀ ਹੋਵੇ। ਜ਼ਿਮੀਂਦਾਰ ਨੂੰ ਥੋੜ੍ਹੀ ਜਿਹੀ ਲਿਫਟ ਦਿੰਦੇ ਨੇ, ਇੱਕ ਚੀਜ਼ ਦੀ ਰੇਟ ਵਧਾਉਂਦੇ ਨੇ। ਉਹਦੇ ਵਿੱਚ ਜ਼ਿਮੀਂਦਾਰ ਦੇ ਵਾਸਤੇ ਠੇਕਾ ਵੀ ਜ਼ਿਆਦਾ ਹੋ ਜਾਂਦਾ ਹੈ, ਬੱਤੀ ਦਾ ਬਿੱਲ ਵੀ ਜ਼ਿਆਦਾ ਹੋ ਜਾਂਦਾ, ਤੇਲ ਵੀ ਮਹਿੰਗਾ ਹੋ ਜਾਂਦਾ ਹੈ। ਅਗਲੀ ਜ਼ਿਮੀਂਦਾਰ ਵਿੱਚ ਕੁੱਟ ਹੋ ਜਾਂਦੀ ਹੈ ਕਿ ਜ਼ਿਮੀਂਦਾਰ ਜਿੱਥੇ ਚੱਲਦਾ ਪਿਆ ਉੱਥੇ ਹੀ ਚੱਲਦਾ ਪਿਆ। ਛਮਾਈ ਵਿੱਚ ਥੋੜ੍ਹਾ ਜਿਹਾ ਉਤਾਂ ਹੁੰਦਾ, ਅਗਲੀ ਛਮਾਈ 'ਚ ਲਗਾ ਜਾਂਦਾ ਹੈ। ਨਾ ਕੋਈ ਦਾਈਆਂ ਦਾ ਰੇਟ ਪੱਕਾ ਹੈ, ਨਾ ਕੋਈ ਮੱਕੀ ਦਾ ਰੇਟ ਪੱਕਾ ਹੈ, ਨਾ ਕੋਈ ਆਲੂਆਂ ਦਾ ਰੇਟ ਪੱਕਾ ਹੈ। ਆਲੂ ਜਿਹੜੇ ਸਨ ਪਹਿਲੇ ਜਦੋਂ ਕੱਚੀਆਂ ਪਟਾਈਆਂ ਸ਼ੁਰੂ ਹੋਏ ਨੇ ਤੇ ਰੇਟ ਠੀਕ ਲੱਗਿਆ ਹੋਇਆ ਹੈ ਕਿ ਜ਼ਿਮੀਂਦਾਰ ਨੇ ਥੋੜ੍ਹਾ ਜਿਹਾ ਲਫਾਰਾ ਲਿਆ ਹੈ ਕਿ ਸਟੋਰ 'ਚ ਰੱਖਣੇ ਕਿ ਅੱਲਾ ਰੋਜ਼ੀ ਦੇਵੇਗਾ। ਉਹ ਰੋਜ਼ੀ ਦੇਵਣ ਦੇ ਬਜਾਏ ਉੱਤੇ 700-800 ਰੁਪਈਆ ਖਰਚਾ ਕੀਤੇ ਬੈਠੇ ਨੇ। ਆਲੂਆਂ ਦਾ ਰੇਟ 2000-2100 ਹੋ ਗਿਆ ਹੈ। ਉਹਦੇ ਵਿੱਚ ਉਹ ਦਿੰਦਾ 800 ਕੱਢ ਤੇ ਬਾਕੀ 1200 ਜ਼ਿਮੀਂਦਾਰ ਕਮਾਵੇ, ਉਹਨੂੰ ਬੜਾ ਨੁਕਸਾਨ ਹੈ। ਜੇ ਮੱਕੀ ਦੇ ਵਿੱਚ ਰੇਟ ਵਧਿਆ ਹੈ, ਆਲੂਆਂ ਦੇ ਵਿੱਚ ਉਹ ਰੇਟ ਦਾ ਜਿੰਨਾ ਰੱਖਿਆ ਨੇ ਸਟੋਰ ਵਿੱਚ, ਉਹ ਆਲੂਆਂ ਦਾ ਰੇਟ ਉੱਥੇ ਪੂਰਾ ਹੋ ਜਾਵੇਗਾ ਕਿ ਜ਼ਿਮੀਂਦਾਰ ਕਦੇ ਹੇਠਾਂ ਕਦੇ ਉਤਾਂ ਜਿਹੜੇ ਬਣ ਜਾਵਾ ਸਦਾਗਰ ਨੇ ਜਾਂ ਕੋਈ ਆੜਤੀ ਹੈ ਜਾਂ ਕੋਈ ਜੇ ਵੀ ਹਨ, ਉਹਨਾਂ ਦੀ ਅੱਜ ਕੋਠੀ ਹੋਰ ਵੇ ਨੇ, ਵੱਡੇ ਕੋਠੀ ਹੋਰ ਵੇਖੀ ਕਲੇ ਨੇ। ਤੇ ਸਾਡੀ ਜ਼ਿਮੀਂਦਾਰਾਂ ਦੇ ਵੀ ਕੋਠੀ ਵਿਖਾਵਣ ਨਾ ਵੀ ਆਹ ਕੋਠੀ ਚੰਗੀ ਪਾਈ ਬੈਠੇ। ਸਹੀ ਜ਼ਿਮੀਂਦਾਰ ਤੇ ਹੇਠਾਂ ਤੇ ਉਤਾਂ ਆਉਂਦਾ ਪਿਆ। ਇੱਕ ਫਸਲ ਠੀਕ ਲਾਉਂਦੇ ਨੇ ਰੇਟ, ਅਗਲੀ ਫਸਲ ਜਿਹੜੀ ਉਹ ਲੱਗੀ ਜਾਂਦੀ ਹੈ। ਜ਼ਿਮੀਂਦਾਰ ਉੱਥੇ ਪਿਛਲੇ ਅਗਲੇ ਕਰਜ਼ੇ ਲਾਉਂਦਾ ਪਿਆ, ਕਰਜ਼ੇ ਹੀ ਲਾਉਂਦਾ ਪਿਆ ਹੁੰਦਾ ਹੈ। ਕਰਜ਼ੇ ਲਾਉਂਦਾ ਜਾਂਦਾ। ਕੋਈ ਇਹਦੇ ਵਾਸਤੇ ਇਮਰਾਨ ਦਾ ਕੋਈ ਅੱਛਾ ਤਰੀਕਾ ਕਰੇ ਕਿ ਆਲੂ ਹੈ ਨਾ ਮੱਕੀ ਹੈ ਨਾ ਮੁੰਜੀ ਹੈ ਕਣਕ ਹੈ, ਇਹਦਾ ਰੇਟ ਇੱਕ ਫਿਕਸ ਹੋਣਾ ਚਾਹੀਦਾ ਹੈ। ਉਹਦੇ ਫਸਲ ਕੋਈ ਡੈਮੇਜ ਮਾਰੀ ਚੰਗੀ ਹੁੰਦੀ ਹੈ, ਉਹਦਾ ਕੋਈ 150 ਦਾ ਫਰਕ ਰੱਖ ਲਵੇ ਵੀ ਆਹ ਡੈਮੇਜ ਕਰ ਲਓ ਤੇ ਇਹਦਾ 100 ਰੁਪਇਆ ਘੱਟ ਹੈ, ਆਹ ਡੈਮੇਜ ਨਾ ਕਰੋ। ਤੇ ਇਹਦਾ ਰੇਟ ਪੱਕਾ ਹੋਣਾ ਚਾਹੀਦਾ ਵੀ ਆਹ ਪੱਕਾ ਰੇਟ ਹੈਗਾ ਕਿ ਸਾਨੂੰ ਵੀ ਟਾਈਮ ਦੇਵੇ ਨਾ ਵੀ ਅਸੀਂ ਖਾਦ ਲੈਣ ਜਾਂਦੇ, ਸਪਰੇਅ ਲੈਣ ਜਾਂਦੇ, ਕੋਈ ਬੀ ਲੈਣ ਜਾਂਦੇ ਜੋ ਉਹਨਾਂ ਆਦੀ ਮਰਜ਼ੀ ਦਾ ਰੇਟ ਲਾਵਣਾ, ਡੀਜ਼ਲ ਲੈਣ ਜਾਂਦੇ ਆਦੀ ਮਰਜ਼ੀ ਦਾ ਰੇਟ ਲਾਵਣਾ। ਜਦੋਂ ਤਾਂ ਫਸਲ ਵੇਚਣੀ ਉਹਨਾਂ ਦੀ ਮਰਜ਼ੀ ਨਾਲ ਵੇਚਣੀ ਹੈ, ਸਾਡੀ ਮਰਜ਼ੀ ਨਾਲ ਵਿਕਣੀ ਨੇ। ਜੋ ਸਾਨੂੰ ਪੈਸੇ ਦੇਣੇ ਨੇ ਤਾਂ ਉਹਨਾਂ ਆਦੀ ਮਰਜ਼ੀ ਨਾਲ ਦੇਣੇ ਨੇ, ਸਾਡੀ ਮਰਜ਼ੀ ਨਾਲ ਨਹੀਂ ਦੇਣੇ। ਸਾਨੂੰ ਤੰਗੀ ਤਕਲੀਫ ਜਿੰਨੀ ਵੀ ਹੋਵੇ। ਐਤਵਾਰ ਦੀ ਇੱਕ ਛੁੱਟੀ ਬਣੀ ਵੀ ਹੈ, ਉਹਦੇ ਵਿੱਚ ਉਹਨਾਂ ਜੁਮੇ ਦੀ ਵੀ ਛੁੱਟੀ ਕੱਟ ਲੈਣੀ ਹੈ, ਹਫਤੇ ਦੀ ਵੀ ਕੱਟ ਲੈਣੀ, ਐਤਵਾਰ ਦੀ ਵੀ ਕੱਟ ਲੈਣੀ ਹੈ। ਸਵਾਰ ਵਾਲੇ ਦਿਨ ਉਹਨਾਂ ਦਾ ਚੈੱਕ ਨਹੀਂ ਪਾਸ ਹੋਏ, ਮੰਗਲ ਨੂੰ ਜੈਸਾ ਬੁੱਧ ਨੂੰ ਜੈਸਾ ਸਾਨੂੰ ਹਫਤਾ ਉਹ ਤਾਂ ਚੱਕਰਾ ਬਾਜ ਜਾਏਗਾ। ਕਹਿੰਦੇ ਸਾਡੇ ਵਾਸਤੇ ਜ਼ਿਮੀਂਦਾਰਾਂ ਵਾਸਤੇ ਨਾ ਪਿਆਰ ਮੁਹੱਬਤ ਕਰੇ ਤੇ ਸਾਨੂੰ ਟਾਈਮ ਦੇਵੇ ਤੇ ਰੇਟ ਦੇਣਾ ਚਾਹੀਦਾ ਹੈ। ਇਨਸ਼ਾਅੱਲਾ ਅਸੀਂ ਅਗਲੇ ਪੰਸਾਲੇ ਦੇ ਨੂੰ ਕਾਮਯਾਬੀ ਦੇਵਾਂਗੇ। ਸਾਨੂੰ ਕਾਮਯਾਬੀ ਦੇਸੀ ਤੇ ਅਸੀਂ ਦੇਵਾਂਗੇ, ਜੇ ਸਾਨੂੰ ਨਹੀਂ ਦੇਣੀ ਸੀ ਮੁੜਾ ਸਾਹਿਬ ਵੀ ਉੱਥੇ ਹੀ ਰਹਿਣਾ। ਸਹੀ ਹੋ ਗਿਆ। ਹਾਂ, ਬੀਜ ਦੇ ਮੁਤਲਕ ਤੁਸੀਂ ਕੁਝ ਕਹਿਣਾ ਚਾਹੁੰਦੇ ਇਹਦੇ ਨੇ? ਮਤਲਬ ਵਿੱਚ ਇਹ ਹੈ ਨਾ ਵੀ ਜੋ ਵੀ ਬੀਜ ਹੈ ਜਾਂ ਖਾਦ ਹੈ, ਸਪਰੇਅ ਹੈ, ਐਸੀਆਂ ਫੈਕਟਰੀਆਂ ਲੱਗ ਗਈਆਂ ਨੇ ਕਿ ਉਹਦੇ ਵਿੱਚ ਕੋਈ ਪਤਾ ਹੀ ਨਹੀਂ ਲੱਗਦਾ ਅਸਲ ਕਿਹੜੀ ਹੈ ਨਕਲ ਕਿਹੜੀ ਹੈ। ਜਦੋਂ ਜ਼ਿਮੀਂਦਾਰ ਫਸਲ ਤਿਆਰ ਕਰਦਾ ਹੈ, ਤਿਆਰ ਕਰਕੇ ਤੇ ਜਦੋਂ ਪੱਕਦੀ ਹੈ ਉਦੋਂ ਚਾਵਣ ਵਾਸਤੇ ਉਹਨੂੰ ਪਤਾ ਲੱਗਦਾ ਵੀ ਆਹ ਖਾਦ ਮੇਰੀ ਗਲਤ ਲੱਗੀ ਹੈ, 2 ਨੰਬਰ ਸੀ, ਆਹ ਮੇਰੀ ਦਵਾਈ 2 ਨੰਬਰ ਸੀ, ਆਹ ਸਪਰੇਅ 2 ਨੰਬਰ ਸੀ। ਵੀ ਇਹਨਾਂ 'ਤੇ ਥੋੜ੍ਹਾ ਜਿਹਾ ਕੰਟਰੋਲ ਹੋਣਾ ਚਾਹੀਦਾ ਹੈ, ਥੋੜ੍ਹੀ ਜਿਹੀ ਆਹ ਦੇ ਮਹਿਕਮੇ 'ਤੇ ਸਖਤੀ ਹੋਣੀ ਚਾਹੀਦੀ ਹੈ ਕਿ ਇਹਦੇ 'ਚ ਰਿਸ਼ਵਤ ਲੈ ਕੇ ਕੰਮ ਨਹੀਂ ਹੋਣਾ ਚਾਹੀਦਾ। ਈਮਾਨਦਾਰੀ ਹੋਣੀ ਚਾਹੀਦੀ ਕਿ ਅੱਲਾ ਨੂੰ ਜਾਨ ਦੇਣੀ, ਹਰ ਬੰਦੇ ਮਰਨਾ ਹੈ ਕਿ ਦੌਲਤ ਪੈਸੇ ਇੱਥੇ ਰਹਿ ਜਾਣਾ, ਹਰ ਚੀਜ਼ ਇੱਥੇ ਰਹਿ ਜਾਣੀ ਹੈ। ਲੇਕਿਨ ਥੋੜ੍ਹਾ ਜਿਹਾ ਕੰਟਰੋਲ ਹੋਵੇ ਹਰ ਚੀਜ਼ 'ਤੇ, ਹਰ ਮਹਿਕਮੇ 'ਤੇ, ਪੁਲਿਸ 'ਤੇ, ਵਾਪਟਾਂ 'ਤੇ, ਹਰ ਚੀਜ਼ 'ਤੇ ਨਾ ਕੰਟਰੋਲ ਹੋਣਾ ਚਾਹੀਦਾ। ਨਹਿਰ ਮਹਿਕਮੇ ਵਾਲਿਆਂ 'ਤੇ
ਕਿ ਜਿੰਦਾ ਪਾਣੀ ਦਾ ਹੱਕ ਹੈ ਉਹ ਲਾਵੇ, ਛੱਡਣ ਚਡਾਵਣ ਚੱਟੀ ਗੋਲਾ ਵਿੱਚ ਨਹੀਂ ਹੋਣਾ ਚਾਹੀਦਾ। ਸਹੀ ਹੋ ਤੇ ਗਿਆ। ਮਿਹਰਬਾਨੀ ਕਰੇ ਤੇ ਜ਼ਿਮੀਂਦਾਰਾਂ ਦੇ ਨਾਲ ਮਿਹਰਬਾਨੀ ਜਿਹੜੀ 2 ਨੰਬਰ ਚੀਜ਼ਾਂ 2 ਨੰਬਰ ਧੰਦੇ ਕੰਮ ਚੱਲਦੇ ਪਏ ਨੇ, ਇਹਨਾਂ ਤੇ ਥੋੜਾ ਜਿਹਾ ਆਦੀ ਹੁਕੂਮਤ ਤੇ ਥੋੜਾ ਜਿਹਾ ਕੰਟਰੋਲ ਹੋਣਾ ਚਾਹੀਦਾ ਹੈ ਕਿ ਜ਼ਿਮੀਂਦਾਰਾਂ ਵਾਸਤੇ ਵੀ ਟਾਈਮ ਦੇਵੇ ਨਾ ਕਿ ਇੱਕ ਖਾਦ DAP 6000 ਦੀ ਕੀਤੀ ਖੜਾ ਹੈ, ਉਹ 2 ਨੰਬਰ ਵੀ 6000 ਦੀ, ਇੱਕ ਨੰਬਰ ਵੀ 6000 ਦੇ, ਉਹਦੇ ਵਿੱਚ ਜ਼ਿਮੀਂਦਾਰ ਖਾਦ ਲੈਣ ਜਾਂਦਾ ਪਛਾਣ ਨਹੀਂ ਆਉਂਦੀ ਜ਼ਿਮੀਂਦਾਰ ਨੂੰ। ਉਹ ਚੋਰਨਾ ਜ਼ਿਮੀਂਦਾਰ ਹੁੰਦਾ ਜਾਂ ਤੇ ਬੋਰੀਆਂ ਖਾਦ ਦੇ ਲਾ ਦਿੰਦੇ ਨੇ, ਉਹਦੇ 'ਚ 5 ਅਸਲ ਹੋਸਨ 5 ਨਗਲ ਹੋਸਨ ਹੈ। ਇਸੇ ਤਰ੍ਹਾਂ ਬਾਹਰ ਗਾਇਸਲੇ ਦਾ ਪਾਣੀ ਵਿਕਦਾ ਪਿਆ, ਬੋਤਲ ਵਗੈਰਾ ਵਿਕਦੀ ਪਈ ਹੈ। 2 ਨੰਬਰ ਕੰਮ ਚੱਲਦੇ ਪਏ ਨੇ ਕਿ ਇਹਦੇ ਵਿੱਚ ਇਮਰਾਨ ਖਾਨ ਦਾ ਕੰਟਰੋਲ ਕਰਨਾ ਚਾਹੀਦਾ ਹੈ ਕਿ ਜ਼ਿਮੀਂਦਾਰ ਨਾਲ ਪਿਆਰ ਮੁਹੱਬਤ ਕਰੇ ਤੇ ਜ਼ਿਮੀਂਦਾਰ ਉਹਦੇ ਨਾਲ ਪਿਆਰ ਮੁਹੱਬਤ ਕਰਨ ਤੇ ਕੰਮ ਚੱਲੇਗਾ। ਜ਼ਿਮੀਂਦਾਰ ਨੂੰ ਕੀ ਹੈ ਕਿ 6 ਮਹੀਨੇ ਵਿੱਚ ਫਸਲ ਦਾ ਰੇਟ ਥੋੜਾ ਜਿਹਾ ਦੇ ਦਿੱਤਾ, ਉਹਦੇ ਵਿੱਚ ਵੀ ਆੜਤੀਆਂ ਨੇ ਵਾਧੇ ਘਾਟੇ ਕਰਨੇ ਨੇ। 1500 ਰੇਟ ਉਸੇ ਦਾ ਫਿਰ ਉਹਨੂੰ 13-1400 ਤੇ ਲੈ ਆ ਜਾਂਦੇ, ਪ੍ਰਾਈਵੇਟ ਉਹ ਕਮਾਉਂਦੇ ਪਏ ਨੇ। ਜ਼ਿਮੀਂਦਾਰ ਧੁੱਪੇ ਕਰਦਾ ਹੈ, ਸਾਰਾ ਦਿਨ ਟਰੈਕਟਰ ਵਾਹਦਾ ਹੈ, ਬੰਨੇ ਬਣਾਉਂਦਾ, ਨਾਕੂ ਬਣਾਉਂਦਾ ਹੈ, ਜ਼ਿਮੀਂਦਾਰ ਮਜ਼ਦੂਰਾਂ ਤੋਂ ਕੰਮ ਕਰਾਉਂਦਾ ਹੈ ਤੇ ਗਰਮੀ 'ਚ ਕੰਮ ਕਰਦੇ ਨੇ। ਇੱਕ ਬੰਦਾ AC 'ਚ ਬਹਿ ਕੇ ਤੇ ਕੰਮ ਡਬਲ ਤੋਂ ਡਬਲ ਕਰਦਾ ਪਿਆ, ਇੱਕ ਬੰਦਾ ਬਾਹਰ। ਜੇ ਅਗਰ ਜ਼ਿਮੀਂਦਾਰ ਇਹ ਕਮਾਈ ਨਾ ਕਰੇ ਤਾਂ ਮੁਲਕ ਕਿਵੇਂ ਹੋਵੇਗਾ? ਜ਼ਿਮੀਂਦਾਰ ਆਦਾ ਕੰਟਰੋਲ ਕਰ ਲੈਂਦਾ ਹੈ ਕਿ ਉਹ ਆਦੀ 6 ਮਹੀਨਿਆਂ ਦੀ ਸਾਲ ਦੀ ਰੋਜ਼ੀ ਇਕੱਠੀ ਕਰਦੇ, ਜ਼ਿਮੀਂਦਾਰਾਂ ਨਹੀਂ ਕਰਦਾ। ਇਮਰਾਨ ਖਾਨ ਦਾ ਮੁਲਕ ਕਿਵੇਂ ਸਵਾਰੇਗਾ? ਇਸੇ ਤਰ੍ਹਾਂ ਜਿਵੇਂ ਉਹ ਟਰੈਕਟਰਾਂ ਦਾ ਰੇਟ ਵਧਾਈ ਜਾਂਦੇ ਨੇ, ਜਾਂ ਇਸ ਨਾਲੋਂ ਇਹਨਾਂ ਨੂੰ ਕੁਆਲਿਟੀ ਵੀ ਚੰਗੀ ਕਰੇ, ਅੱਛਾ ਕਰੇ, ਰੇਟ ਵੀ ਘਟਾਵੇ, ਜਾਂ ਮੋਰ ਸਾਨੂੰ ਬਾਹਰੋਂ ਕੋਈ ਬਣਖੜ ਟੁੱਟੇ ਲਿਆ ਦੇਵੇ, ਸਸਤੇ ਲਿਆ ਦੇਵੇ ਕਿ ਉਹ ਅਸੀਂ ਇਸਤੇਮਾਲ ਕਰ ਲੈਂਦੇ ਹਾਂ ਕਿ ਆਦੇ ਮੁਲਕ ਦੀਆਂ ਚੀਜ਼ਾਂ ਛੱਡਦੇ ਅਸੀਂ ਬਾਹਰ ਦੇ ਮੁਲਕਾਂ ਦੀਆਂ ਚੀਜ਼ਾਂ ਵੀ ਕਰਨੇ, ਬਾਹਰ ਦੇ ਮੁਲਕਾਂ ਨੂੰ ਤਰੱਕੀ ਵੀ ਦੇਣੇ, ਆਪ ਕਮਜ਼ੋਰ ਹੋ ਜਾਂਦੇ ਆ। ਇਸੇ ਤਰ੍ਹਾਂ ਵੀ ਜ਼ਿਮੀਂਦਾਰਾਂ ਨਾਲ ਕਰੇ ਨਾ, ਟਰੈਕਟਰ ਦਾ ਰੇਟ ਕਿਤੇ ਵਧਾ ਦਿੰਦਾ, ਜਿਹੜੀ ਫਸਲ ਹੈ ਉਹਦਾ ਰੇਟ ਹੇਠਾਂ ਲੈ ਆਉਂਦਾ ਕਿ ਸਾਡਾ ਕੋਈ 150 ਰੇਟ ਵਧਾਉਂਦਾ ਹੈ। ਉਹ ਜੋ ਮੋਟਰਸਾਈਕਲ ਹੈ, ਗੱਡੀ ਹੈ, ਸਕੂਟਰ ਹੈ, ਜੋ ਵੀ ਮਸ਼ੀਨੀ ਹੈ, ਉਹਦਾ 1.5-2 ਲੱਖ ਰੁਪਈਆ ਵਧਾ ਦਿੰਦਾ ਹੈ ਕਿ ਜ਼ਿਮੀਂਦਾਰ ਮਜਬੂਰ ਹੈ ਕਿ ਉਹਨਾਂ ਮਸ਼ੀਨੀ ਤੋਂ ਬਗੈਰ ਇਹਨਾਂ ਦਾ ਕੰਮ ਨਹੀਂ ਚੱਲ ਸਕਦਾ। ਅੱਛਾ, ਟਰੈਕਟਰ ਜਿਹੜਾ ਹੈ ਤੁਹਾਡਾ 2021 ਮਾਡਲ, ਇਹ ਕਿੰਨੇ ਦਾ ਹੁਣ ਲੱਭਣ ਜਾਈਏ ਤੇ ਲੱਭੇਗਾ? ਇਹ ਹੁਣ ਜੀ 17.5 ਲੱਖ ਰੁਪਈਏ ਦਾ ਲੱਗੇਗਾ ਜੀ। ਤੇ ਉਹਨਾਂ ਦਾ ਫੈਕਟਰੀ ਦਾ ਰੇਟ ਤਾਂ ਹੈਗਾ 16 ਲੱਖ 15 ਲੱਖ 90 ਹਜ਼ਾਰ। ਹਾਂ, ਤੇ ਉਹ ਵਾਧੂ ਕਿਉਂ ਲੈਂਦੇ ਇਹਨੂੰ? ਵਾਧੂ ਇਹ ਉਹਨਾਂ ਦੱਸਣਾ ਚਾਹੀਦਾ ਨਾ ਕਿ ਆਪਾਂ ਨੂੰ ਤਰੀਕੇਕਾਰ ਹੀ ਦੱਸੇ, ਜਾਂ ਮੋਰ ਸਾਡੇ ਕੋਲ ਪੈਸੇ ਬੁਕਣ ਦੇ ਹਿਸਾਬ ਨਾਲ ਲਵੇ ਕਿ ਸਾਨੂੰ ਟਰੈਕਟਰ ਜਲਦੀ ਤੋਂ ਜਲਦੀ ਲੈ ਦੇਵੇ, ਕਿ ਸਾਨੂੰ ਹਫਤੇ ਦੇ ਵਿੱਚ ਚਾਹੀਦਾ, ਸਾਨੂੰ 15 ਦਿਨਾਂ ਵਿੱਚ ਦੇ ਦੇਵੇ। ਇਹ ਕੀ ਤਰੀਕਾ ਹੈ ਕਿ ਸਾਡੇ ਕੋਲ 4 ਮਹੀਨੇ ਪੈਸੇ ਜਮ੍ਹਾਂ ਕਰਾ ਲੈਣੇ ਨੇ, ਕੰਪਨੀ ਵਾਲਿਆਂ ਨੇ ਅਕਾਊਂਟ ਬੈਂਕਾਂ 'ਚ ਖੁਲਾਏ ਹੋਏ ਹੁੰਦੇ ਨੇ, ਤੇ ਉਹਦੀ ਆਮਦਨ ਲੈ ਤੇ ਸਾਨੂੰ ਟਰੈਕਟਰ ਲੇਟ ਦੇ ਤੇ ਉਹਨਾਂ ਉਹਨੇ ਦਾ ਹੀ ਦੇਣਾ ਹੈ। ਨਗਦ ਲੈਣ ਜਾਈਏ ਤਾਂ ਵੀ 17.5 ਦਾ, ਤੇ ਉਧਾਰਾ ਲਈਏ ਤਾਂ ਵੀ 17.5 ਦਾ। ਹਰ ਕੰਮ ਤਾਂ ਬਾਹਰ ਤਰੱਕੀ ਕਰ ਲਿਆ ਤੇ ਜ਼ਿਮੀਂਦਾਰ ਦਾ ਵੀ ਸੋਚੇ ਨਾ ਕਿ ਜਿਹੜਾ ਜ਼ਿਮੀਂਦਾਰ ਮੁਲਕ ਨੂੰ ਆਜ਼ਾਦ ਕੀਤੀ ਖੜਾ ਹੈ, ਫਸਲਾਂ ਬੀਜਦਾ ਹੈ, ਕਣਕ ਬੀਜਦਾ ਹੈ, ਕਿ ਉਹਦੇ ਨਾਲ ਮੁਲਕ ਆਜ਼ਾਦ ਆਪਣਾ ਹੈ। ਤੇ ਜ਼ਿਮੀਂਦਾਰ ਨੂੰ ਐਵੇਂ ਕੁੱਟਦੇ ਸੀ, ਜ਼ਿਮੀਂਦਾਰ ਆਦਾ ਕੋਈ ਜਿਨਸ ਲੈ ਕੇ 2 ਸਾਲਾਂ ਦੀ ਸਟਾਕ ਕਰ ਲੈਂਦਾ, ਜ਼ਮੀਨ ਨੂੰ ਲਹਿਰ ਆਬਾਦ ਕਰ ਦਿੰਦਾ, ਮੁਲਕ ਕਿਵੇਂ ਚੱਲੇਗਾ? ਸਹੀ ਬਾਤ ਹੈ। ਮੁਲਕ ਚੱਲਦਾ ਜ਼ਿਮੀਂਦਾਰਾਂ ਨਾਲ। ਜ਼ਿਮੀਂਦਾਰ ਸ਼ਹਿਰ 'ਚ ਕੰਮ ਕਰਾਉਣ ਜਾਂਦੇ ਨੇ ਤਾਂ ਵੀ ਉਹਨਾਂ ਦੀ ਰੇਟ ਆ ਦੇ ਕਿ ਉਹਨਾਂ ਚੰਬੜ ਭੱਜਣਾ ਹੁੰਦਾ, ਕੱਪੜਾ ਲੈਣ ਜਾਂਦੇ ਨੇ, ਖੰਡ ਲੈਣ ਜਾਂਦੇ ਨੇ, ਘਿਓ ਲੈਣ ਜਾਂਦੇ ਨੇ, ਕੋਈ ਚੀਜ਼ ਵੀ ਲੈਣ ਜਾਂਦੇ ਨੇ ਕਿ ਅੱਜ ਜਾਣੇ 5 ਦੀ ਚੀਜ਼ ਹੁੰਦੀ ਤੇ ਵਰੜੇ ਜਾਣੇ 6 ਦੀ ਹੋਈ ਪੈਂਦੀ ਹੈ। ਪੁੱਛਣੇ ਜੀ ਇਹ ਕੀ ਚੱਕਰ ਹੈ? ਉਹ ਪੁੱਛਦੇ ਨੇ ਵੀ ਇਮਰਾਨ ਖਾਨ ਨੇ ਕੰਮ ਕੀਤਾ ਹੈ। ਇਹ ਹੁਣ ਪਤਾ ਨਹੀਂ ਇਮਰਾਨ ਖਾਨ ਖੁਦ ਕਰ ਰਿਹਾ ਹੈ ਕਿ ਪਿੱਛਾ ਹੁਕਮ ਕਰ ਰਹੇ ਨੇ, ਕਿ ਪਤਾ ਨਹੀਂ ਚੱਲੇ। ਇਹਦੇ ਤੇ ਥੋੜਾ ਜਿਹਾ ਕੰਟਰੋਲ ਕਰੇ ਤੇ ਮਿਹਰਬਾਨੀ ਕਰੇ, ਜ਼ਿਮੀਂਦਾਰਾਂ ਨਾਲ ਸਾਥ ਦੇਵੇ। ਜ਼ਿਮੀਂਦਾਰ ਬੜੇ ਤੰਗ ਹਨ ਤੇ ਬੈਂਕਾਂ ਤੋਂ ਕਰਜ਼ਾ ਲੈ ਤੇ ਜ਼ਿਆਦਾ ਕੰਮ ਕਰਦੇ ਪਏ ਨੇ ਕਿ ਇਹਦਾ ਇਮਰਾਨ ਖਾਨ ਨੇ ਕੋਈ ਨਾ ਕੋਈ ਤਰੀਕੇਕਾਰੀ ਅੱਛੀ ਕਰਨੀ ਚਾਹੀਦੀ ਹੈ ਕਿ ਜ਼ਿਮੀਂਦਾਰਾਂ ਦੇ ਭਰਾਵਾਂ ਤੇ ਆਦੇ ਭਰਾ ਬਣਾਵੇ, ਤੇ ਇਹਨੂੰ ਭਰਾ ਬਣਾਵਣ। ਇਹ ਸੱਚੇ ਤਰੀਕੇ ਦੇ ਨਾਲ ਇਹਨਾਂ ਜ਼ਿਮੀਂਦਾਰਾਂ ਨੂੰ ਟਾਈਮ ਦੇਵੇ ਕਿ ਇਹਨਾਂ ਦੇ ਜਿਨਸਾਂ ਦਾ ਵੀ ਰੇਟ ਜਿਹੜਾ ਇਹਨਾਂ ਠੀਕ ਕਰਨਾ ਚਾਹੀਦਾ ਹੈ। ਆਲੂਆਂ ਦਾ ਰੇਟ ਹੀ ਕੋਨੇ ਦਾ, ਆਲੂਆਂ ਦੀ ਕਿ ਕੁੱਟ ਚ ਕਰਨ ਦੇ ਜ਼ਿਮੀਂਦਾਰ ਨੂੰ, ਕਿ ਜਿਹੜੇ 4 ਨੇ ਲਾਏ ਵੇ ਹੁੰਦੇ ਨੇ ਉਹ ਕਰਜ਼ੇ ਲਾਉਂਦੇ ਰਹਿੰਦੇ ਨੇ, ਜਾਂ ਉਹਨਾਂ ਨੂੰ ਜੜਾ ਦੇ ਸੰਦੇ ਉਹਦੇ ਜ਼ਿਮੀਂਦਾਰ ਥੋੜਾ ਜਿਹਾ ਖੁਸ਼ਹਾਲ ਹੋਵੇਗਾ। ਹਰ ਦੇ ਅਗਲੀ ਫਸਲ ਦੀ ਰੇਟ ਘਟਾ ਦੇ ਸਨ, ਜ਼ਿਮੀਂਦਾਰ ਉੱਤੇ ਬਾਅਦ ਰੇਟ ਦੇ ਉੱਤੇ ਹੀ ਹੁੰਦਾ ਆਉਂਦਾ ਕਿ ਉਹਦਾ ਕੋਈ ਮਸਲਾ ਮਸੇਦ ਹੀ ਨਹੀਂ ਪਿਆਉਂਦਾ। ਕਿ ਹੱਲੇ ਕਿ ਹਰ ਬਾਰ ਜੋ ਸ਼ਹਿਰਾਂ 'ਚ ਵੀ ਵੱਡੇ ਵੱਡੇ ਸੌਦਾਗਰ ਬੈਠੇ ਨੇ, ਸਾਰੇ ਬੈਠੇ ਨੇ ਕਿ ਜ਼ਿਮੀਂਦਾਰਾਂ ਦੇ ਹਿਸਾਬ ਨਾਲ ਉਹ ਚੱਲਦੇ ਪਏ ਨੇ।
ਜ਼ਿਮੀਂਦਾਰ ਇੱਥੇ ਬੰਦ ਹੋ ਸਕਦਾ ਹੈ ਤੇ ਉਹ ਕਿਵੇਂ ਕੰਮ ਚਲਾਵਣਗੇ ਸ਼ਹਿਰ ਵਾਲੇ। ਉਹਦੇ ਵਿੱਚ ਥੋੜੀ ਜਿਹੀ ਮਹਿੰਗਾਈ ਦੀ ਮਿਹਰਬਾਨੀ ਹੋ ਜਾਵੇ ਤੇ ਤਰੀਕੇ ਨਾਲ ਮੁਨਾਫਾ ਕਮਾਵਣ, ਲੇਕਿਨ ਪੂਰਾ ਕਮਾਵਣ, ਜਿੰਦੇ ਵਿੱਚ ਨਾਨੋਂ ਵੀ ਰੋਜ਼ੀ ਲੱਭਦੀ ਰਹੇ, ਜ਼ਿਮੀਂਦਾਰਾਂ ਦਾ ਵੀ ਕੰਮ ਚੱਲਦਾ ਰਹੇ। ਇਹ ਤਾਂ ਨਹੀਂ ਨਾ ਜਿਹੜੀ ਪੰਜਾਂ ਦੀ ਚੀਜ਼ ਜਾਣੇ ਵੜੇ 50 ਦੀ ਹੋਈ ਕਰੀ ਹੈ। ਇੰਨੀ ਤਾਂ ਮਹਿੰਗਾਈ ਵੀ ਨਹੀਂ ਹੁੰਦੀ ਜਿੰਨੀ ਜ਼ਿਮੀਂਦਾਰਾਂ ਤੇ ਹਮਰਾਨ ਦਾ ਆजा ਸ਼ਹਿਰਾਂ ਦੇ ਹਰ ਚੀਜ਼ ਤੇ ਪੈਟਰੋਲ करे। ਤੇ ਪੈਟਰੋਲ ਹੋ ਸਕਦਾ ਹੈ ਜਦੋਂ ਸਦਰ ਹੈ, ਮੁਲਕ ਦਾ ਮਾਲਕ ਹੈ, वजीर आजम है, ਹੈਂ? वजीर आजम है। ਵਜ਼ੀਰ ਆਜ਼ਮ ਹੈ, ਮੁਲਕ ਦਾ ਮਾਲਕ ਹੈ। ਭਾਵੇਂ ਮੁਲਕ ਨੂੰ ਸਿੱਧਾ ਕਰੇ ਭਾਵੇਂ ਪੁੱਠਾ ਕਰੇ, ਕੋਈ ਬੰਦਾ ਉਹਨੂੰ ਰੋਕ ਨਹੀਂ ਸਕਦਾ। ਲੇਕਿਨ ਇਸੇ ਤਰੀਕੇ ਨਾਲ ਹਰ ਕੰਮ ਤੇ ਉਹਦੀ ਤਰੀਕੇਕਾਰੀ ਕਰੇ। ਤੇ ਮਿਹਰਬਾਨੀ ਜੀ, ਬੜੀ ਸ਼ੁਕਰੀਆ ਜਨਾਬ। एक मिनट। ਅਸੀਂ ਘੰਟਾ ਜ਼ਮੀਨ ਦੇ ਵਿੱਚ ਖਪੇ ਹੈ, ਨਾਲ ਆਦਾ ਕੰਮ ਵੀ ਕਰਦੇ ਪਏ ਹੈ। ਤੇ ਇਹ ਸਾਰੀਆਂ ਗੱਲਾਂ ਤੇ ਕੋਈ ਇਮਰਾਨ ਕਾ ਕੋਈ ਮਿਹਰਬਾਨੀ ਕਰਨੀ ਚਾਹੀਦੀ ਹੈ, ਕੁਝ ਨਾ ਕੁਝ ਕੰਟਰੋਲ ਕਰਨਾ ਚਾਹੀਦਾ ਹੈ ਕਿ ਜਦੋਂ ਪਰੇ ਪੰਚਾਇਤ ਹੋ ਜਾਵੇ ਨਾ, ਉਹਦੇ 'ਚ ਮਸਲਾ ਹੱਲ ਕੋਈ ਵੀ ਹੋ ਜਾਵੇ ਨਾ, ਉਹਦੇ 'ਚ ਕੋਈ ਲਫਾਰਾ ਦੇ ਤੇ ਨਾ ਕੰਟਰੋਲ ਕਰਦਾ ਹੈ। ਇਹਦੇ ਵਿੱਚ ਸਾਰੀਆਂ ਗੱਲਾਂ ਦਾ ਕੋਈ ਥੋੜੀ ਜਿਹੀ ਮਿਹਰਬਾਨੀ ਕਰੇ, ਕੰਟਰੋਲ ਕਰ। ਦੋਸਤੋ ਇਹ ਪੋਜੀਸ਼ਨ ਵੇਖ ਲਓ ਸਾਡੇ ਜੱਟ ਲੋਕਾਂ ਦੀ। ਇਹ ਹਾਲ ਹੋ ਜਾਂਦਾ ਸਾਡੇ ਜ਼ਮੀਂਦਾਰਾਂ ਦਾ, ਮੱਟੀ ਨਾਲ ਮੱਟੀ ਅਸੀਂ ਹੋ ਜਾਂਦੇ ਹਾਂ। ਤੇ ਸਾਡੇ ਕਿਸਾਨ ਭਾਈ ਮੁਹੰਮਦ ਅਸ਼ਰਫ ਨੇ ਖਰੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਨੇ, ਖਰੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਨੇ। ਤੇ ਉਮੀਦ ਹੈ ਵੀ ਇਹ ਗੱਲਾਂ ਸਾਡੀਆਂ ਸਾਰੇ ਦੋਸਤ ਜਿਹੜੇ ਵੇਖਦੇ ਪਏ ਨੇ, YouTube ਵੇਖਦੇ ਪਏ ਨੇ ਜਾਂ Facebook ਪੇਜ ਵੇਖਦੇ ਪਏ ਨੇ, ਇਹਨਾਂ ਗੱਲਾਂ ਨੂੰ, ਇਸ ਵੀਡੀਓ ਨੂੰ ਸ਼ੇਅਰ ਕਰਨਗੇ ਤਾਂ ਕਿ ਇਹ ਸਾਡੀ ਵੀਡੀਓ ਜਿਹੜੀ ਇਮਰਾਨ ਖਾਨ ਤੱਕ ਪਹੁੰਚੇ। ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਦੀ ਇਜਾਜ਼ਤ ਚਾਹਨਾ। ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।